ਰੰਗ ਰਾਤੇ ਸੁਹਾਵਾ ਕਰੇ ਸਰੇ ਸਜੋ ਜੋਤੀ ਰੇ ਰੰਗ ਰਾਤੇ दी के ਅਸੀਂ ਆਵਾਂਗੇ ਜ਼ਰੂਰ ਦਾਦੀਏ ਰੱਖੀ ਦੀ ਕੇ ਅਸੀਂ ਆਵਾਂਗੇ ਜ਼ਰੂਰ ਦਾਦੀਏ। ਅੱਜ ਆਪਾਂ ਉਸ ਸ਼ਾਨ ਦੀ ਗੱਲ ਕਰਨ ਬੈਠੇ ਹਾਂ ਜੀ। ਅੱਜ ਆਪਾਂ ਇਸ ਪੋਹ ਦੇ ਮਹੀਨੇ ਦੇ ਵਿੱਚ ਜੇ ਮਨ ਸਾਡੇ ਦੁਖੀ ਹਨ, ਮਨਾਂ ਦੇ ਅੰਦਰ ਜਿੱਥੇ ਪੋਹ ਦੇ ਮਹੀਨੇ ਦੇ ਵਿੱਚ ਗੁਰੂ ਦੇ ਲਾਲਾਂ ਦੇ ਨਾਲ ਇਹ ਵਿਵਹਾਰ ਕੀਤਾ ਗਿਆ, ਉਹਨਾਂ ਨੂੰ ਇਤਨੇ ਕਸ਼ਟ ਇਤਨੇ ਸਹਾਰਨਾ ਪਿਆ ਸਭ ਕੁਝ, ਤੇ ਅੱਜ ਦੁਖੀ ਹਿਰਦਿਆਂ ਵਿੱਚ ਵੀ ਮਾਣ ਮਹਿਸੂਸ ਹੁੰਦਾ ਹੈ। ਦੁਖੀ ਹਿਰਦਿਆਂ ਵਿੱਚੋਂ ਵੀ ਆਪਣੇ ਗੁਰੂ ਦੇ ਉਹਨਾਂ ਸਪੂਤਾਂ ਦੇ ਉੱਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ। ਸੋ ਇਹ ਹਕੂਮਤ ਦਾ ਇੱਕ ਸਿਲਸਿਲਾ ਬਣ ਗਿਆ ਕਿ ਕਿਸੇ ਨਾ ਕਿਸੇ ਤਰੀਕੇ, ਕਿਉਂਕਿ ਜਦੋਂ ਔਰੰਗਜ਼ੇਬ ਦਿੱਲੀ ਦੇ ਤਖਤ ਤੇ ਬੈਠਦਾ ਹੈ ਤੇ ਔਰੰਗਜ਼ੇਬ ਦੇ ਮਨ ਵਿੱਚ ਇਹ ਗੱਲ ਪੱਕੀ ਹੋ ਗਈ ਕਿ ਮੈਂ ਇਸਲਾਮ ਦਾ ਰਾਖਾ ਬਣਨਾ, ਮੈਂ ਇਸ ਭਾਰਤ ਵਰਸ਼ ਦੇ ਵਿੱਚ ਮੈਨੂੰ ਕੋਈ ਵੀ ਦੂਜਾ ਮਜ਼ਹਬ ਨਹੀਂ ਚਾਹੀਦਾ, ਇੱਥੇ ਕੋਈ ਵੀ ਬੰਦਾ ਦੂਜੇ ਧਰਮ ਦੀ ਗੱਲ ਨਾ ਕਰੇ, ਇੱਥੇ ਕੇਵਲ ਗੱਲ ਹੋਏ ਤੇ ਕੁਰਾਨ ਸ਼ਰੀਫ ਦੀ ਗੱਲ ਹੋਏ ਦੂਜੀ, ਜਦ ਕਿ ਉਹ ਅਸਲ ਵਿੱਚ ਕੁਰਾਨ ਸ਼ਰੀਫ ਦੇ ਉਹ ਮਾਇਨੇ ਨਹੀਂ ਸੀ ਸਮਝਦਾ। ਜਦੋਂ ਇਹ ਵਿਚਾਰਾਂ ਇਹ ਗੱਲਾਂ ਚੱਲੀਆਂ ਤੇ ਕੋਸ਼ਿਸ਼ ਕੀਤੀ ਗਈ ਕਿ ਹੁਣ ਕਿਸੇ ਤਰੀਕੇ ਦੇ ਨਾਲ ਇਸ ਧਰਮ ਪਰਿਵਰਤਨ ਕਰਵਾਏ ਜਾਣ, ਜਬਰੀ ਇਸਲਾਮ ਦੇ ਵਿੱਚ ਲਿਆਂਦਾ ਜਾਏ। ਔਰ ਇਤਿਹਾਸ ਦੇ ਕੁਝ ਪੰਨਿਆਂ ਦੇ ਵਿੱਚੋਂ ਅਸੀਂ ਪੜ੍ਹਦੇ ਵੀ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਜਦੋਂ ਕਸ਼ਮੀਰ ਦੇ ਪੰਡਿਤ ਬ੍ਰਹਮਦੱਤ ਦਾ ਪੋਤਰਾ ਪੰਡਿਤ ਕਿਰਪਾ ਰਾਮ ਸਤਿਗੁਰੂ ਜੀ ਕੋਲ ਆਏ ਨੇ ਤੇ ਆ ਕੇ ਫਰਿਆਦ ਕੀਤੀ ਹੈ ਅਨੰਦਪੁਰ ਸਾਹਿਬ ਦੇ ਵਿੱਚ ਕਿ ਸਾਡਾ ਧਰਮ ਖਤਰੇ ਵਿੱਚ ਹੈ, ਸਾਡਾ ਤਿਲਕ ਖਤਰੇ ਵਿੱਚ ਹੈ, ਸਾਡਾ ਜੰਝੂ ਖਤਰੇ ਵਿੱਚ ਹੈ, ਸਾਡੇ ਨਾਲ ਇਹ ਦੁਰਵਿਵਹਾਰ ਹੋ ਰਿਹਾ, ਸਾਡੇ ਨਾਲ ਜ਼ਬਰ ਹੋ ਰਿਹਾ। ਤੇ ਸਤਿਗੁਰੂ ਜੀ ਨੇ ਉਸ ਵੇਲੇ ਕਹਿਆ ਸੀ, ਜਾਓ ਦਿੱਲੀ ਦੇ ਉਸ ਤਖਤ ਨੂੰ ਸੁਨੇਹਾ ਘੱਲੋ ਕਿ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਡੇ ਰਹਿਬਰ ਹਨ, ਸਾਡੇ ਮੁਖੀਆ ਹਨ, ਸਾਡੇ ਨਾਲ ਸਾਡੇ, ਜੇ ਉਹਨਾਂ ਨੂੰ ਤੁਸੀਂ ਧਰਮ ਪਰਿਵਰਤਨ ਕਰਵਾ ਲੈਂਦੇ ਹੋ ਤੇ ਅਸੀਂ ਸਾਰੇ ਦੇ ਸਾਰੇ ਹੀ ਆਪਣਾ ਧਰਮ ਪਰਿਵਰਤਨ ਕਰ ਦੇਵਾਂਗੇ। ਅਸੀਂ ਹਿੰਦ ਦੀ ਚਾਦਰ ਕਹਿੰਦੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ, ਕਿ ਇਸ ਹਿੰਦ ਦੀ ਰਾਖੀ ਕਰਨ ਵਾਲੇ ਸਨ, ਇਸ ਦੇਸ਼ ਦੀ, ਇਸ ਰਾਸ਼ਟਰ ਦੀ, ਇਸ ਮਜ਼ਹਬ ਦੀ, ਇਸ ਕੌਮ ਦੀ ਰਾਖੀ ਕਰਨ ਵਾਲੇ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਉਹਨਾਂ ਨੇ ਜਾ ਕੇ ਦਿੱਲੀ ਦੇ ਵਿੱਚ ਆਪਣੇ ਸਰੀਰ ਦਾ ਠੀਕਰਾ ਫੋੜਿਆ, ਉੱਥੇ ਆਪਣਾ ਸੀਸ ਦੇ ਦਿੱਤਾ। ਖੈਰ ਜਦੋਂ ਇਹ ਵਿਚਾਰ ਅਸੀਂ ਸਾਰੇ ਵੇਖਦੇ ਹਾਂ ਤੇ ਸਫ਼ਰ ਸ਼ਹਾਦਤ ਦਾ ਬੰਦਾ ਹੈ, ਪਰ ਅਜੇ ਵੀ ਹਕੂਮਤ ਦੇ ਮਨ ਵਿੱਚ ਸੀ ਕਿ ਇਸ ਘਰ ਨੂੰ ਮਲੀਆ ਮਿੱਟ ਕੀਤਾ ਜਾਏ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਵੇਲੇ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਨਜ਼ਰ ਆਏ, ਨਾ ਤਾਂ ਉਹਨਾਂ ਪਹਾੜੀ ਰਾਜਿਆਂ ਨੂੰ ਚੰਗਾ ਲੱਗਿਆ, ਨਾ ਹਕੂਮਤ ਦੇ ਕਾਰਕੁਨਾਂ ਨੂੰ ਚੰਗਾ ਲੱਗਿਆ ਕਿ ਗੁਰੂ ਨਾਨਕ ਦੇ ਘਰ ਦੀ ਬੜ੍ਹਤ ਹੋ ਜਾਏ, ਇਸ ਇਤਨੀ ਚੜ੍ਹਦੀ ਕਲਾ ਗੁਰੂ ਨਾਨਕ ਬਾਬੇ ਦੇ ਘਰ ਦੀ ਹੋਵੇ। ਔਰ ਉਸ ਚੀਜ਼ ਨੂੰ ਦਬਾਉਣ ਦੇ ਲਈ ਸਮੇਂ-ਸਮੇਂ ਦੇ ਉੱਤੇ ਕਈ ਜੰਗਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਲੜਨੀਆਂ ਪਈਆਂ ਨੇ। ਕਰੀਬਨ ਇਤਿਹਾਸ ਦੀਆਂ 14 ਜੰਗਾਂ ਦਾ ਜ਼ਿਕਰ ਅਸੀਂ ਪੜ੍ਹਦੇ ਹਾਂ। ਇੱਕ ਵੱਖਰਾ ਵਿਸ਼ਾ ਜ਼ਰੂਰ ਸਾਂਝਾ ਕਰਾਂਗੇ ਅਸੀਂ ਸੰਗਤਾਂ ਦੇ ਨਾਲ, ਕਿਤੇ ਵਕਤ ਅੱਗੇ ਆਵੇਗਾ ਕਿ ਕਿਹੜੀ ਜੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਲੜਨੀ ਪਈ ਹੈ ਔਰ ਕਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਹ ਜੰਗਾਂ ਜਿੱਤੀਆਂ ਨੇ। ਖੈਰ ਕੋਸ਼ਿਸ਼ਾਂ ਕੀਤੀਆਂ ਗਈਆਂ ਕਿਸੇ ਤਰੀਕੇ ਦੇ ਨਾਲ, ਆਖਰ ਸਮਾਂ ਐਸਾ ਬਣਿਆ ਕਿ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿੱਤਾ ਗਿਆ, ਸਾਰੀਆਂ ਫੌਜਾਂ ਚੜ੍ਹ ਕੇ ਆ ਗਈਆਂ ਔਰ ਬੜਾ ਲੰਬਾ ਸਮਾਂ ਘੇਰਾ ਰਿਹਾ। ਇਹ ਕੋਈ 1-2 ਦਿਨ ਦਾ ਮੋਰਚਾ ਨਹੀਂ ਸੀ। ਇਤਿਹਾਸ ਦੇ ਪੰਨਿਆਂ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ 7 ਤੋਂ 8 ਮਹੀਨੇ ਦਾ ਘੇਰਾ ਰਿਹਾ। ਅੱਕ ਗਈਆਂ ਨੇ ਫੌਜਾਂ ਵੀ, ਅੰਦਰ ਵੀ ਜੋ ਸਿੱਖ ਸਨ। ਔਰ ਇੱਕ ਹੋਰ ਗੱਲ ਮੈਂ ਪੜ੍ਹਦਾ ਸੀ, ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਲਿਖੀ ਹੈ ਕਿ 10 ਤੋਂ 11 ਹਜ਼ਾਰ ਦੀ ਗਿਣਤੀ ਜਿਹੜੀ ਸੀ ਉਸ ਵੇਲੇ ਅਨੰਦਪੁਰ ਸਾਹਿਬ ਦੇ ਵਿੱਚ ਸੀ ਜਿਸ ਵੇਲੇ ਘੇਰਾ ਪਿਆ ਸੀ। ਤੇ ਸਤਿਗੁਰੂ ਜੀ ਨੇ ਹੌਲੀ ਸਮਾਂ ਪੈ ਕੇ ਬਹੁਤ ਸਾਰੇ ਜਿਹੜੇ ਸਿੱਖ ਸਨ ਉਹਨਾਂ ਨੂੰ ਜਿਹੜੀਆਂ ਸੇਫ ਜਗ੍ਹਾ ਸੀ ਉੱਥੇ ਭੇਜ ਦਿੱਤਾ ਸੀ। ਜ਼ਰੂਰੀ ਨਹੀਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪਤਾ ਸੀ ਕਿ ਇਹਨਾਂ ਨੇ ਘੇਰਾ ਪਾਇਆ ਤਾਂ ਹੁਣ ਕੋਈ ਨਾ ਕੋਈ ਰਿਜ਼ਲਟ ਮਾੜੇ ਆਉਣੇ ਨੇ। 7-8 ਮਹੀਨੇ ਦਾ ਘੇਰਾ ਜਿਹੜਾ ਚੱਲਿਆ ਹੈ ਤੇ ਜਦੋਂ ਬਾਹਰ ਠੰਡ ਦਾ ਕਹਿਰ ਬਰਸਣਾ ਸ਼ੁਰੂ ਹੋ ਗਿਆ ਨਾ, ਇਹ ਵਾਲਾ ਜਦੋਂ ਹੁਣ ਫੌਜਾਂ ਦੇ ਵੀ ਦਮ ਤੋੜ ਦਿੱਤਾ, ਜਵਾਬ ਦੇ ਦਿੱਤਾ। ਪਹਾੜੀ ਫੌਜਾਂ ਵੀ ਜਵਾਬ ਦੇਣਾ ਸ਼ੁਰੂ ਹੋ ਗਈਆਂ, ਮੁਗਲ ਫੌਜਾਂ ਵੀ ਜਵਾਬ ਦੇਣਾ ਸ਼ੁਰੂ ਹੋ ਗਈਆਂ, ਰੰਗੜਾ ਵੱਲੋਂ ਵੀ ਹਰ ਪਾਸੇ ਜਵਾਬ ਹੋਣਾ ਸ਼ੁਰੂ ਹੋਇਆ ਨਾ। ਫਿਰ ਇਹ ਮਜਬੂਰ ਹੋਏ ਲੋਕ
ਕਿਲੇ ਦੇ ਅੰਦਰ ਇਹਨਾਂ ਨੇ ਸਭ ਤੋਂ ਪਹਿਲਾਂ ਪਹਾੜੀ ਰਾਜਿਆਂ ਨੇ ਇੱਕ ਆਟੇ ਦੀ ਗਊ ਬਣਾ ਕੇ ਦੀਵੇ ਵਾਲ ਕੇ ਤੇ ਇੱਕ ਥਾਲ ਦੇ ਵਿੱਚ ਪਾ ਕੇ ਤੇ ਸਹੁੰ ਖਾ ਕੇ ਭੇਜਿਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੁਸੀਂ ਇੱਕ ਵਾਰ ਕਿਲਾ ਖਾਲੀ ਕਰ ਦਿਓ, ਅਸੀਂ ਹਕੂਮਤ ਨੂੰ ਜਵਾਬਦੇਹ ਹੋ ਜਾਵਾਂਗੇ, ਉਸ ਤੋਂ ਬਾਅਦ ਤੁਸੀਂ ਆਪਣਾ ਕਰਿਓ, ਅਸੀਂ ਆਪਣੇ ਘਰ ਚਲੇ ਜਾਵਾਂਗੇ। ਪਰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਸੀ ਕਿ ਇਹ ਲੋਕ ਇਤਨੀ ਈਰਖਾ ਰੱਖਣ ਵਾਲੇ ਹਨ, ਇਹ ਕਦੇ ਵੀ ਆਪਣੇ ਕੋਲ ਦੇ ਉੱਤੇ ਪੂਰੇ ਨਹੀਂ ਉਤਰਨਗੇ। ਅੰਦਰ ਸਿੱਖ ਬੈਠੇ ਸਨ ਤੇ ਆਪਸ ਦੇ ਵਿੱਚ, ਕਿਉਂਕਿ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿੱਖਾਂ ਤੋਂ ਬਿਨਾਂ ਕੋਈ ਕੰਮ ਨਹੀਂ ਕੀਤਾ। ਮੈਂ ਇਤਿਹਾਸ ਦੇ ਕਈ ਬਣਗੇ ਥੋੜਾ ਜ਼ਿਕਰ ਕਰਦੇ ਨੇ, ਉਹ ਸਲਾਹ ਕਰਕੇ ਕਰਦੇ ਨੇ, ਸਿੱਖਾਂ ਨੂੰ ਬਿਠਾ ਕੇ ਗੱਲ ਕੀਤੀ ਜਾਂਦੀ ਹੈ ਤੇ ਕਈਆਂ ਦੀ ਆਵਾਜ਼ ਵਿੱਚੋਂ ਇਹ ਆਈ ਕਿ ਭਾਈ ਜੇ ਉਹਨਾਂ ਨੇ ਕਸਮ ਖਾਧੀ ਹੈ ਤੇ ਇਸ ਕਸਮ ਨੂੰ ਅਸੀਂ ਦੇਖ ਤਾਂ ਲਈਏ, ਪਰਖ ਤਾਂ ਲਈਏ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਅੱਜ ਹੀ ਪਰਖਾਂਗੇ। ਤੇ ਰਾਤ ਦੇ ਹਨੇਰੇ ਦੇ ਵਿੱਚ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੁਝ ਗੱਡਿਆਂ ਤੇ ਕੁਆੜ ਦਾ ਸਮਾਨ ਲੱਦ ਕੇ ਉੱਥੋਂ ਬਾਹਰ ਕੱਢਿਆ ਨਾ ਜੀ, ਤੇ ਪਿੱਛੇ ਉਹਨਾਂ ਨੇ ਅਚਾਨਕ ਟੁੱਟ ਕੇ ਪੈ ਗਏ ਨੇ, ਜੰਗ ਛੇੜ ਦਿੱਤੀ ਹੈ। ਉੱਤੋਂ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚੋਂ ਬਹਿ ਕੇ ਕਲਗੀਧਰ ਪਾਤਸ਼ਾਹ ਦੇਖਦੇ, ਕਹਿੰਦੇ ਸਿੰਘੋ ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਇਹ ਵਾਅਦਾ ਨਹੀਂ ਨਿਭਾ ਸਕਦੇ, ਇਹ ਕੋਲ ਤੋਂ ਮੁਕਰਨ ਵਾਲੇ ਲੋਕ ਨੇ। ਕੁਝ ਸਮਾਂ ਹੋਰ ਲੰਘਿਆ ਪਰ ਅੱਜ ਕੁਰਾਨ ਸ਼ਰੀਫ ਦੇ ਉੱਤੇ ਮੋਹਰ ਲਾ ਕੇ ਤੇ ਹਕੂਮਤ ਵੱਲੋਂ, ਦਰਬਾਰ ਵੱਲੋਂ ਇੱਕ ਕਸਮ ਖਾਧੀ ਗਈ ਕੁਰਾਨ ਸ਼ਰੀਫ ਦੀ ਕਿ ਤੁਸੀਂ ਇੱਕ ਵਾਰ ਕਿਲਾ ਖਾਲੀ ਕਰੋ, ਅਸੀਂ ਤੁਹਾਨੂੰ ਕੁਝ ਨਹੀਂ ਕਹਿਣਾ। ਮੈਂ ਬਾਰੇ ਜਾਣਾ ਉਸ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ, ਮਨ ਪਸੀਜ ਜਾਂਦਾ ਹੈ। ਜਿਹੜੇ ਆਪਣੇ ਧਰਮ ਦਾ ਤੇ ਆਦਰ ਕਰਦੇ ਨੇ, ਕਿਸੇ ਦੂਜੇ ਦੇ ਧਰਮ ਦਾ ਵੀ ਉਹਨਾਂ ਨੇ ਆਦਰ ਕੀਤਾ, ਉਹਦਾ ਮਾਣ ਰੱਖਿਆ। ਕਹਿਣ ਲੱਗੇ ਨਹੀਂ, ਪਹਿਲੀ ਗੱਲ ਵੱਖਰੀ ਸੀ ਪਰ ਹੁਣ ਕੁਰਾਨ ਸ਼ਰੀਫ ਆ ਗਏ ਨੇ। ਇੱਕ ਧਰਮ ਦੇ ਗ੍ਰੰਥ ਦੀ ਲਾਜ ਰੱਖਣੀ, ਉਹਨਾਂ ਦੀ ਖਾਧੀ ਹੋਈ ਸਹੁੰ ਦੇ ਉੱਤੇ, ਭਾਵੇਂ ਉਹਦੇ ਵਾਸਤੇ ਪਤਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਿ ਇਹਨਾਂ ਨੇ ਅੱਗੇ ਕੀ ਕਰਨਾ ਹੈ, ਲੇਕਿਨ ਉਹਨਾਂ ਨੇ ਉਹਨਾਂ ਦੇ ਧਰਮ ਦੀ ਵੀ, ਸਰਬਤ ਧਰਮ, ਸਾਰਿਆਂ ਦੇ ਧਰਮ ਦੀ ਇੱਜ਼ਤ ਰਾਖੀ, ਉਹਨਾਂ ਦਾ ਮਾਣ ਸਨਮਾਨ ਕਰਨਾ। ਜੇ ਕੋਈ ਸਿੱਖੇ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਸਿੱਖ ਸਕਦਾ ਹੈ। ਮਾਣ ਰੱਖਿਆ। ਸਮਾਂ ਆਇਆ 5 ਤੋਂ 6 ਪੋਹ ਦੀ ਰਾਤ ਨੂੰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ 1705 ਅਨੰਦਪੁਰ ਸਾਹਿਬ ਦਾ ਰਾਤ ਨੂੰ ਕਿਲਾ ਖਾਲੀ ਕੀਤਾ ਤੇ ਉਸ ਵੇਲੇ ਗਿਣਤੀ ਕਿਹੜੀ ਦੱਸੀ ਜਾਂਦੀ ਸੀ, ਕੋਈ 500 ਦੇ ਕਰੀਬ ਸਿੰਘ ਸਨ ਜੋ ਕਿਲੇ ਦੇ ਅੰਦਰ। ਇੱਕ ਜ਼ਿਕਰ ਹੋਰ ਕਰਦਾ ਇਤਿਹਾਸ ਦੇ ਪਾਤਰ ਦਾ, ਕਿਉਂਕਿ ਸਫ਼ਰ ਟੁਰ ਪਿਆ ਹੈ। ਅਸੀਂ ਜ਼ਿਕਰ ਪੜ੍ਹਦੇ ਹਾਂ ਬੀਬੀ ਭਿੱਖਾਂ ਦਾ। ਭਾਈ ਆਲਮ ਸਿੰਘ ਨਚਨਾ ਦੇ ਘਰ ਵਾਲੇ ਨੇ, ਪਹਿਲੀਆਂ 2 ਜੰਗਾਂ ਦੇ ਵਿੱਚ 2 ਪੁੱਤ ਸ਼ਹੀਦ ਕਰਵਾ ਚੁੱਕੀ ਹੈ ਬੀਬੀ। ਤੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਨੇ ਅਖੀਰ ਦੇ ਵਿੱਚ ਫਿਰ ਇਹ ਗੱਲ ਕਹੀ ਕਿ ਭਾਈ ਜਿਹੜੇ ਪਰਿਵਾਰਾਂ ਵਾਲੇ ਨੇ ਉਹ ਕੋਸ਼ਿਸ਼ ਕਰੋ ਕਿ ਬਚ ਜਾਓ, ਨਿਕਲ ਜਾਓ ਕਿਸੇ ਹੋਰ ਸਾਈਡ। ਤੇ ਜਦੋਂ ਬੀਬੀ ਨੇ ਉੱਥੋਂ ਵੇਖਿਆ ਨਾ ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਬੀਬਾ ਤੁਸੀਂ ਗਏ ਨਹੀਂ। ਤੇ ਕਹਿੰਦੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਇਹ ਗੱਲ ਆਖੀ ਸੀ ਕਿ ਪਰਿਵਾਰਾਂ ਵਾਲੇ ਚਲੇ ਜਾਓ ਤੇ ਮੇਰਾ ਤੇ ਪਰਿਵਾਰ ਹੀ ਗੁਰੂ ਨਾਨਕ ਦਾ ਘਰ ਹੈ, ਮੈਂ ਦੱਸੋ ਕਿੱਥੇ ਜਾਵਾਂ ਇਸ ਪਰਿਵਾਰ ਨੂੰ ਛੱਡ ਕੇ। ਸਲੂਟ ਕਰਨ ਨੂੰ ਚਿੱਤ ਕਰਦਾ ਨਾ, ਉਹਨਾਂ ਦੀ ਸ਼ਹਾਦਤਾਂ ਨੂੰ, ਸ਼ਰਧਾ ਦੇ ਪਿਆਰ ਦੇ ਸੁਮਨ ਅਰਪਣ ਕਰਨ ਨੂੰ ਜੀ ਕਰਦਾ ਹੈ। ਉਹ ਰਾਤ ਜਦੋਂ ਚੱਲੇ ਨਾ ਤੇ ਸਤਿਗੁਰੂ ਜੀ ਨੇ ਬਿਉਂਤ ਬਣਾਈ ਹੈ, ਵੱਖ-ਵੱਖ ਟੁਕੜੇ, ਵੱਖ-ਵੱਖ ਤਰੀਕੇ ਦੇ ਨਾਲ। ਔਰ ਬਿਉਂਤਬੰਦੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪਹਿਲਾ ਪੜਾਅ ਜਿਹੜਾ ਹੈ ਉਹ ਸਰਸਾ ਨਦੀ ਦੇ ਕੰਢੇ ਤੱਕ ਪਹੁੰਚ ਕੇ, ਆਖਰ ਪਹੁੰਚਣਾ ਸੀ ਇਹਨਾਂ ਨੇ ਚਮਕੌਰ ਦੀ ਗੜੀ ਤੱਕ, ਕੱਚੀ ਗੜੀ ਤੱਕ। ਸਤਿਗੁਰੂ ਜੀ ਨੂੰ ਪਤਾ ਸੀ ਕਿ ਕਿਉਂਕਿ ਜਿਹੜੇ ਆਮ ਜਿਤਨੇ ਵੀ ਸਿੰਘ ਸਨ, ਨਾਲ ਸਾਥੀ ਸਨ, ਇਹਨਾਂ ਸਾਰੀਆਂ ਪਗਡੰਡੀਆਂ ਤੋਂ ਜਾਣੂ ਸਨ। ਸਿਆਹੀ ਟਿੱਬੀ ਦਾ ਜੋ ਇੱਕ ਸਭ ਤੋਂ ਪਹਿਲਾਂ ਜੋ ਪੜਾਅ ਚੁਣਿਆ ਗਿਆ, ਉਸ ਸਿਆਹੀ ਟਿੱਬੀ ਦੇ ਉੱਤੇ ਕਿ ਸਾਰੇ ਨਿਕਲੋ ਬਾਹਰ ਤਾਂ ਸਿਆਹੀ ਟਿੱਬੀ ਤੱਕ ਪਹੁੰਚੋ। ਅਜੇ ਸਿਆਹੀ ਟਿੱਬੀ ਤੇ ਪਹੁੰਚੇ ਵੀ ਨਹੀਂ ਸੀ, ਘਣਾ ਜੰਗਲ ਸੀ, ਅਜੇ ਪਹੁੰਚੇ ਨਹੀਂ ਸਨ ਤੇ ਪਿੱਛੋਂ ਪਤਾ ਲੱਗਾ ਕਿ ਪਹਾੜੀਆਂ ਦੀ ਫੌਜ ਪਿੱਛਾ ਕਰ ਰਹੀ ਹੈ, ਹੁਣ ਉਹ ਹਮਲਾ ਕਰੇਗੀ। ਸਤਿਗੁਰੂ ਜੀ ਨੂੰ ਪਤਾ ਸੀ ਜੋ ਹੋਣਾ। 50 ਸਿੰਘਾਂ ਦਾ ਜੱਥਾ ਭਾਈ ਉਦੇ ਸਿੰਘ ਜੀ ਨੂੰ ਦਿੱਤਾ ਗਿਆ। ਭਾਈ ਉਦੇ ਸਿੰਘ ਨੂੰ ਭਾਈ ਜਿਹੜੇ ਭਾਈ ਬਚਿੱਤਰ ਸਿੰਘ ਦੇ ਭਰਾ ਤਾਂ ਸਨ, ਉਹਨਾਂ ਨੂੰ 50 ਸਿੰਘਾਂ ਦਾ ਜੱਥਾ ਦਿੱਤਾ। ਔਰ ਉਹ ਜੱਥੇ ਦੇ ਨਾਲ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਇਸ ਫੌਜ ਨੂੰ ਰੋਕਣ ਦਾ ਯਤਨ ਕਰੋ। ਔਰ 50 ਸਿੰਘਾਂ ਦੇ ਜੱਥੇ ਦੇ ਨਾਲ ਇਸ ਸਫ਼ਰ ਦੇ, ਸ਼ਹਾਦਤ ਦੇ ਸਫ਼ਰ ਵਿੱਚ ਭਾਈ ਉਦੇ ਸਿੰਘ ਦੀ ਸ਼ਹਾਦਤ ਉੱਥੇ ਹੋ ਜਾਂਦੀ।
ਉਸ ਤੋਂ ਉਪਰੰਤ ਅੱਗੇ ਜਾ ਕੇ ਤੇ ਸਰਸਾ ਨਦੀ ਦੇ ਕੰਢੇ ਦੇ ਉੱਤੇ ਜਿਹੜੀ ਝੱਖੀਆਂ ਪਿੰਡ ਦੀ ਜੂਹ ਸੀ, ਉਸ ਨਦੀ ਦੇ ਕੰਢੇ ਦੇ ਉੱਤੇ ਉਹਦੇ ਜਿਹਦੇ ਚ ਬਹੁਤ ਵੱਡੀ ਪਹਾੜ ਆਈ ਹੋਈ ਸੀ, ਕਿਉਂਕਿ ਮੀਂਹ ਲੱਗਾ ਹੋਇਆ ਸੀ, ਬੜੇ ਦਿਨਾਂ ਦਾ ਬਾਰਿਸ਼ ਚੱਲ ਰਹੀ ਸੀ, ਔਰ ਪਹਾੜੀ ਇਲਾਕਿਆਂ ਵਿੱਚ ਬਾਰਿਸ਼ ਜਦੋਂ ਚੱਲਦੀ ਤੇ ਨਹਿਰਾਂ ਭਰ ਜਾਂਦੀਆਂ, ਪਾਣੀ ਇਕੱਠੇ ਹੋ ਕੇ ਨਿਕਲਦੇ ਨੇ। ਪਿੱਛੇ ਫੌਜ ਆ ਰਹੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਦਾ ਟਾਈਮ ਹੋ ਗਿਆ। ਇਤਿਹਾਸ ਦੇ ਕੁਝ ਲਿਖਾਰੀਆਂ ਇਹ ਵੀ ਲਿਖਿਆ ਕਿ ਗੁਰੂ ਕਲਗੀਧਰ ਪਿਤਾ ਜੀ ਨੇ ਉਸ ਜਗ੍ਹਾ ਦੇ ਉੱਤੇ ਆਸਾ ਦੀ ਵਾਰ ਦਾ, ਜਿੱਥੇ ਅੱਜ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ ਬਣੇ ਹੋਏ ਨੇ, ਉਸ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਵੀ ਕੀਤਾ ਹੈ। ਪਿੱਛੇ ਜੰਗ ਲੱਗੀ ਹੈ, ਸਨੇਹਾ ਹੈ ਗੁਰੂ ਕੇ ਪਿਆਰ ਵਾਲਿਓ, ਇਹ ਸਨੇਹਾ ਪਿੱਛੇ ਜੰਗ ਲੱਗੀ ਹੈ, ਅੱਗੇ ਸਰਸਾ ਨਦੀ ਦਾ ਹੜ੍ਹ ਹੈ, ਠੰਡ ਦਾ ਮੌਸਮ ਹੈ, ਘਰ ਛੱਡ ਦਿੱਤਾ, ਪਰਿਵਾਰ ਵਿਛੜਨਾ ਸ਼ੁਰੂ ਹੋ ਗਿਆ। ਪਰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹ ਸਨੇਹਾ ਦਿੰਦੇ ਨੇ, ਗੁਰੂ ਕੇ ਪਿਆਰ ਵਾਲਿਓ ਤੁਸੀਂ, ਤੁਹਾਡਾ ਨਿਤਨੇਮ ਦੇ ਨਾਲੋਂ, ਬਾਣੀ ਦੇ ਨਾਲੋਂ ਨਾਤਾ ਨਹੀਂ ਟੁੱਟਣਾ ਚਾਹੀਦਾ। ਵੱਖਰੀ ਗੱਲ ਹੈ ਕਿ ਕਈ ਵਾਰ ਅਸੀਂ, ਸਾਡੇ ਘਰਾਂ ਦੇ ਵਿੱਚ ਕੋਈ ਫੰਕਸ਼ਨ ਹੋਣ ਨਾ, ਖੁਸ਼ੀ ਦੇ ਗਮੀ ਦੇ, ਅਸੀਂ ਭੁੱਲ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਕੋਈ ਗੱਲ ਨਹੀਂ ਕੱਲ੍ਹ ਕਰ ਲਵਾਂਗੇ। ਪਿੱਛੇ ਫੌਜ ਭਾਈ ਜੀਵਨ ਸਿੰਘ ਤੇ ਬੀਬੀ ਭਿੱਖਾਂ ਤੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਇਹ ਫੌਜ ਦੇ ਨਾਲ ਲੜ ਰਹੇ ਨੇ, ਔਰ ਸਤਿਗੁਰੂ ਜੀ ਆਸਾ ਦਾ ਵਾਰ ਦਾ ਕੀਰਤਨ ਕੀਤਾ ਹੈ ਉੱਥੇ। ਦੀਵਾਨ ਖਤਮ ਹੋਣ ਦੇ ਉਪਰੰਤ ਸਤਿਗੁਰੂ ਜੀ ਨੇ, ਕੁਝ ਸਿੰਘਾਂ ਨੇ ਉਸ ਸਰਸਾ ਨਦੀ ਦੇ ਹੜ੍ਹ ਨੂੰ ਪਾਰ ਕੀਤਾ ਹੈ, ਔਰ ਬਹੁਤ ਵੱਡੀ ਤਬਾਹੀ ਉੱਥੇ ਹੋਈ ਹੈ। ਬੜੇ ਕੀਮਤੀ ਖਜ਼ਾਨੇ, ਬੜੇ ਕੀਮਤੀ ਸਾਡੇ ਸਾਹਿਤ ਜੋ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਰਚਿਤ ਸਨ, ਉਹ ਸਾਰੇ ਦੇ ਸਾਰੇ ਉਸ ਸਰਸਾ ਨਦੀ ਦੀ ਭੇਟ ਚੜ੍ਹ ਜਾਂਦੇ ਨੇ। ਬੜਾ ਕੀਮਤੀ ਸਰਮਾਇਆ ਉੱਥੇ ਖੋਇਆ ਅਸੀਂ ਆਪਣਾ, ਬਹੁਤ ਕੁਝ ਖੋਇਆ। ਸਿੱਖ ਕੌਮ ਨੇ ਖਾਲੀ ਜਾਨਾਂ ਨਹੀਂ ਦਿੱਤੀਆਂ, ਅਸੀਂ ਸਭ ਕੁਝ ਅਸੀਂ ਛੱਡਿਆ ਆਪਣਾ। 100 ਸਿੰਘ ਭਾਈ ਜੀਵਨ ਸਿੰਘ ਦੇ ਨਾਲ ਉੱਥੇ ਸ਼ਹਾਦਤ ਦਾ ਜਾਮ ਪੀਂਦੇ ਨੇ ਸਰਸਾ ਨਦੀ ਦੇ ਉਸ ਕੰਢੇ ਤੇ। ਪਰਿਵਾਰ ਦੇ ਵਿੱਚ ਵਿਛੋੜਾ ਹੋ ਜਾਂਦਾ ਹੈ। ਗੁਰੂ ਕੇ ਮਹਿਲ ਭਾਈ ਮਨੀ ਸਿੰਘ ਦੇ ਨਾਲ ਪੱਖ ਰਸਤੇ ਨਿਕਲ ਜਾਂਦੇ ਨੇ। ਮਾਤਾ ਗੁਜਰ ਕੌਰ, ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਅਤੇ ਜੋ ਇਤਿਹਾਸ ਦੇ ਵਿੱਚ ਇੱਕ ਪੰਨਾ ਖੁੱਲ੍ਹਦਾ ਹੈ ਜਿੱਥੇ ਅਸੀਂ ਕਵੀ ਦੁੰਨਾ ਸਿੰਘ ਹੰਡੂਰੀਆ ਦੀਆਂ ਲਿਖਤਾਂ ਪੜ੍ਹਦੇ ਹਾਂ। ਉਹ ਕਹਿੰਦੇ ਨੇ ਕਿ ਮਾਤਾ ਗੁਜਰ ਕੌਰ, 2 ਛੋਟੇ ਸਾਹਿਬਜ਼ਾਦੇ, ਕਵੀ ਦੁੰਨਾ ਸਿੰਘ ਹੰਡੂਰੀਆ ਆਪ ਤੇ ਬੀਬੀ ਸੁਭਿੱਖੀ, ਇਹ 5 ਜਣੇ ਇੱਕ ਵੱਖਰੇ ਪਗਡੰਡੀ ਤੇ ਪੈ ਜਾਂਦੇ ਨੇ। ਬਹੁਤ ਸਾਰੇ ਸਿੰਘ ਉਸ ਰੁੜ ਕੇ ਅੱਗੇ ਜਾ ਕੇ ਪਾਰ ਲੱਗਦੇ ਨੇ। ਜਦੋਂ ਸਰਸਾ ਨਦੀ ਪਾਰ ਕੀਤੀ ਹੈ ਤੇ ਅੱਗੋਂ ਰੰਗੜਾਂ ਦੀ ਫੌਜ ਚੜ੍ਹ ਕੇ ਆ ਰਹੀ ਹੈ। ਕੋਈ ਇੱਕ ਥੋੜ੍ਹਾ ਸੀ ਉੱਥੇ ਕਿ ਇੱਕ ਪਾਸਿਓਂ ਫੌਜਾਂ ਆ ਰਹੀਆਂ ਨੇ। ਪਿੱਛੇ ਪਹਾੜੀ ਸਨ, ਝੱਖੀਆਂ ਪਿੰਡ ਦੀ ਜੂਹ ਤੇ ਜੰਗ ਹੋ ਗਈ। ਫਿਰ ਜਦੋਂ ਸਰਸਾ ਪਾਰ ਕੀਤੀ ਹੈ ਤੇ ਜਿਹੜੇ ਰੰਗੜਾਂ ਦੀ ਫੌਜ ਵੀ ਉੱਥੋਂ ਆ ਗਈ, ਮਲਕਪੁਰ ਰੰਗੜਾਂ ਤੋਂ ਜਿਹੜੀ ਫੌਜ ਸੀ ਉਹ ਵੀ ਆ ਗਈ ਹੈ। ਭਾਈ ਬਚਿੱਤਰ ਸਿੰਘ, ਉਹ ਜਿਨ੍ਹਾਂ ਨੇ ਕਦੇ ਆਪਣੀ ਬਰਸ਼ੀ ਦੇ ਨਾਲ, ਜਿਸ ਨੂੰ ਨਾਗਣੀ ਵਰਸ਼ੀ ਅਸੀਂ ਕਹਿੰਦੇ ਹਾਂ, ਅੱਜ ਵੀ ਜਦੋਂ ਅਸੀਂ ਅਨੰਦਪੁਰ ਸਾਹਿਬ ਜਾਂਦੇ ਹਾਂ ਨਾ, ਆਪਾਂ ਦਰਸ਼ਨ ਦੀਦਾਰ ਕਰਦੇ ਹਾਂ ਉੱਥੇ ਉਸ ਨਾਗਣੀ ਬਰਸ਼ੀ ਦੇ। ਉਹ ਭਾਈ ਬਚਿੱਤਰ ਸਿੰਘ ਨੇ 1700 ਜੋ ਸਤੰਬਰ ਦੇ ਵਿੱਚ ਲੋਹਗੜ੍ਹ ਦੇ ਕਿਲ੍ਹੇ ਦੇ ਉੱਤੇ ਪਹਾੜੀਆਂ ਨੇ ਜਦੋਂ ਹਾਥੀ ਨੂੰ ਮਦਮਸਤ ਕਰਕੇ, ਸ਼ਰਾਬ ਦੇ ਵਿੱਚ ਦੁੱਤ ਕਰਕੇ ਉੱਥੇ ਦਰਵਾਜ਼ਾ ਤੋੜਨ ਦੇ ਲਈ ਭੇਜਿਆ ਸੀ। ਉਸ ਭਾਈ ਬਚਿੱਤਰ ਸਿੰਘ ਨੂੰ ਗੁਰੂ ਨੇ ਆਸ਼ੀਰਵਾਦ ਦਿੱਤਾ ਸੀ ਕਿ ਇਸ ਹਾਥੀ ਦੇ ਨਾਲ ਲੜੇਗਾ ਸਾਡਾ ਭਾਈ ਬਚਿੱਤਰ ਸਿੰਘ। ਤੇ ਜੇ ਭਲਿਓ ਅੱਜ ਦਾ ਕੋਈ ਸਿੱਖ ਹੁੰਦਾ ਨਾ, ਜਾਂ ਅੱਜ ਦਾ ਕੋਈ ਬੰਦਾ ਹੁੰਦਾ, ਅੱਜ ਦੀ ਮਾਨਸਿਕਤਾ ਹੁੰਦੀ, ਮੈਂ ਅਕਸਰ ਇਹ ਬੇਨਤੀ ਕਰਦਾ ਤੇ ਇਹ ਗੱਲ ਜ਼ਰੂਰ ਕਹਿ ਦੇਣੀ ਸੀ ਆਪਣੇ ਗੁਰੂ ਨੂੰ, ਗੁਰੂ ਜੀ ਹਾਥੀ ਦੇ ਨਾਲ ਲੜ ਸਕਦਾ ਬੰਦਾ ਕਦੇ? ਪਰ ਜੇ ਗੁਰੂ ਨੇ ਹੁਕਮ ਕੀਤਾ ਤੇ ਕਹਿਣ ਲੱਗੇ ਲੜਾਂਗੇ। ਤੁਸੀਂ ਇੱਕ ਹਾਥੀ ਕਹਿੰਦੇ ਹੋ, ਮੇਰੇ ਸਤਿਗੁਰੂ ਦਾ ਜੇ ਮੈਨੂੰ ਥਾਪੜਾ ਹੋਵੇ ਤੇ 100 ਹਾਥੀ ਵੀ ਹੋਣਗੇ ਤੇ ਮੈਂ ਤਾਂ ਵੀ ਲੜਾਂਗਾ। ਗੁਰੂ ਦਾ ਹੁਕਮ ਹੈ, ਮੈਂ ਹੁਕਮ ਮੰਨਣਾ ਹੈ, ਰਿਜ਼ਲਟ ਗੁਰੂ ਦੇਵੇਗਾ। ਇਹ ਪ੍ਰੇਰਨਾਵਾਂ ਸਨ ਸਾਨੂੰ। ਉਹ ਭਾਈ ਬਚਿੱਤਰ ਸਿੰਘ ਜਿਸ ਵੇਲੇ ਭਾਈ ਮਨੀ ਸਿੰਘ ਦੇ ਪੁੱਤਰ ਨੇ, ਪਿੱਛੇ ਇੱਕ ਭਰਾ ਉਹਨਾਂ ਦਾ ਵੀ ਜਾ ਚੁੱਕਿਆ ਹੈ, 2 ਪੁੱਤਰ ਇਹਨਾਂ ਵੀ ਆਪਣੇ ਸ਼ਹਾਦਤ ਦੇ ਜਾਮ ਕਰਵਾਏ ਨੇ। ਉਹ ਭਾਈ ਬਚਿੱਤਰ ਸਿੰਘ ਜਦੋਂ ਉਸ ਵੇਲੇ 100 ਸਿੰਘਾਂ ਦੇ ਜੱਥੇ ਦੇ ਨਾਲ ਮਲਕਪੁਰ ਰੰਗੜਾਂ ਦੀ ਜਿਹੜੀ ਫੌਜ ਉੱਧਰੋਂ ਆਈ ਸੀ ਚੜ੍ਹ ਕੇ, ਉਸ ਦੇ ਨਾਲ ਮੁਕਾਬਲਾ ਕਰਦੇ ਨੇ। 100 ਸਿੰਘ ਸ਼ਹੀਦ ਹੋ ਜਾਂਦੇ ਨੇ ਤੇ ਭਾਈ ਬਚਿੱਤਰ ਸਿੰਘ ਬੜੀ ਜ਼ਖਮੀ ਹਾਲਤ ਵਿੱਚ ਹਨ। ਸਾਹਿਬਜ਼ਾਦੇ ਪਿੱਛੋਂ ਆ ਰਹੇ ਨੇ, ਵੱਡੇ ਸਾਹਿਬਜ਼ਾਦੇ, ਛੋਟੇ ਵਿਛੋੜਾ ਪੈ ਗਿਆ ਪਰਿਵਾਰ ਦੇ ਵਿੱਚ। ਤੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਟਲਾ ਦੇ ਵਿੱਚ ਚਲੇ ਜਾਂਦੇ ਨੇ ਨਿਹੰਗ ਖਾਂ ਦੇ ਘਰ, ਤੇ ਇਹ ਗੱਲ ਕਹਿ ਜਾਂਦੇ ਕਿ ਸਾਹਿਬਜ਼ਾਦੇ ਵੀ ਪਿੱਛੇ ਉੱਥੇ ਆ ਜਾਣ।
ਜਿਹੜਾ ਜਿਹੜਾ ਵੀ ਸਿੱਖ ਮਿਲਦਾ ਉਸ ਨੂੰ ਸੁਨੇਹਾ ਦੇਈ ਜਾਂਦੇ ਕਿ ਸਾਰੇ ਨਿਹੰਗ ਖਾਂ ਕੋਟਲਾ ਦੇ ਘਰ ਪੁੱਜਣਾ ਹੈ। ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜਦੋਂ ਇਹਨਾਂ ਨੇ ਸਰਸਾ ਪਾਰ ਕੀਤੀ 100 ਸਿੰਘਾਂ ਦੇ ਉੱਥੇ ਲਾਸ਼ੇ ਪਏ ਹੋਏ ਨੇ, 70 ਪਿਆ ਹੋਇਆ ਤੇ ਆਵਾਜ਼ ਆਈ ਹੈ, ਇੱਕ ਸਹਿਕ ਦੀ ਆਵਾਜ਼ ਸੀ, ਉਹ ਭਾਈ ਬਚਿੱਤਰ ਸਿੰਘ ਦੀ, ਜਿਹੜੇ ਸਰੀਰ ਕਰਕੇ ਨਿਢਾਲ ਹੋ ਚੁੱਕੇ ਸਨ, ਇਤਨੇ ਫੱਟ ਲੱਗ ਚੁੱਕੇ ਸਨ ਕਿ ਉਹਨਾਂ ਦਾ ਜਿਹੜਾ ਉਸ ਵੇਲੇ ਚੱਲਣਾ ਵੀ ਔਖਾ ਸੀ, ਉੱਠਣਾ ਹੀ ਔਖਾ ਸੀ। ਉਹਨਾਂ ਨੂੰ ਚੁੱਕ ਕੇ ਘੋੜੇ ਤੇ ਰੱਖ ਕੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਆਪਣੀ ਗੋਦ ਦੇ ਵਿੱਚ ਤੇ ਨਿਹੰਗ ਖਾਂ ਕੋਟਲਾ ਦੇ ਵਿੱਚ ਆਏ ਨੇ। ਇਹ 6 ਪੋਹ ਦੀ ਜਿਹੜੀ ਦਿਨ ਦੀ ਗਾਥਾ ਹੈ। ਜਦੋਂ ਸਵੇਰ ਹੋਈ ਹੈ ਤੇ ਸਤਿਗੁਰੂ ਜੀ ਵੀ ਉੱਥੇ ਪਹੁੰਚੇ ਨੇ। ਇਤਿਹਾਸ ਦੇ ਲਿਖਤਾਂ ਕਹਿੰਦੀਆਂ, ਸਮਾਂ ਕਹਿੰਦਾ ਕਿ 5-6 ਘੰਟੇ ਸਤਿਗੁਰੂ ਜੀ ਨੇ 7 ਘੰਟੇ 5-6 ਘੰਟੇ ਉਸ ਕੋਟਲੇ ਨਿਹੰਗ ਖਾਂ ਦੇ ਘਰ ਵਿੱਚ ਉਹਨਾਂ ਨੇ ਉੱਥੇ ਸਮਾਂ ਕੱਢਿਆ ਆਪਣਾ। ਭਾਈ ਬਚਿੱਤਰ ਸਿੰਘ ਨੂੰ ਲਿਆਂਦਾ ਗਿਆ, ਜਰਾਂ ਬੁਲਾਏ ਗਏ, ਫੱਟ ਬੰਨੇ ਗਏ, ਉਹਨਾਂ ਦਾ ਇਲਾਜ ਕਰਨਾ ਸ਼ੁਰੂ ਕੀਤਾ, ਪਰ ਸਰੀਰ ਇਤਨਾ ਨਿਡੌਲ ਸੀ ਕਿ ਉਸ ਦੇ ਵਿੱਚ ਦੁਬਾਰਾ ਉੱਠਣਾ ਬੜਾ ਔਖਾ ਸੀ। ਸ਼ਾਮ ਜਦੋਂ ਪੈਣ ਲੱਗੀ ਨਾ ਥੋੜ੍ਹਾ ਹਨੇਰ, ਕਿਉਂਕਿ ਦਿਨ ਫੌਜਾਂ ਸਾਰੇ ਪਾਸੇ ਫੈਲੀਆਂ ਸਨ, ਦਿਨੇ ਚੱਲਣਾ ਬੜਾ ਔਖਾ ਸੀ। ਮੰਜ਼ਿਲ ਸੀ ਕਿ ਕਿਸੇ ਤਰੀਕੇ ਅਸੀਂ ਚਮਕੌਰ ਤੱਕ ਪਹੁੰਚਣਾ ਹੈ, ਚਮਕੌਰ ਦੀ ਉਸ ਕੱਚੀ ਗੜੀ ਤੱਕ ਪਹੁੰਚਣਾ ਹੈ, ਬੁੱਧੀ ਚੰਦ ਰਾਵਤ ਦੀ ਗੜੀ ਤੱਕ। ਆਲਮ ਖਾਂ ਪੁੱਤਰ ਹੈ ਨਿਹੰਗ ਖਾਂ ਦਾ, ਕੋਟਲਾ ਵਾਲਿਆਂ ਦਾ। ਇੱਕ ਧੀ ਹੈ ਬੀਬੀ ਮੁਮਤਾਜ਼, ਉਹਨਾਂ ਦੀ ਇੱਕ ਭੈਣ ਹੈ ਜਿਹੜੀ ਬੀਬੀ ਸਿਮਰੋ, ਜਿਹਨੂੰ ਕਹਿੰਦੇ ਨੇ ਇਤਿਹਾਸ ਵਿੱਚ ਗਣੀ ਖਾਂ ਤੇ ਨਵੀ ਖਾਂ ਦੀ ਮਾਂ। ਅੱਗੇ ਜਾ ਕੇ ਪਾਤਰ ਆਉਣਗੇ ਇਹ ਵਾਲੇ ਇਸ ਸਫ਼ਰ ਦੇ ਵਿੱਚ। ਆਲਮ ਖਾਂ ਜਿਹੜਾ ਪੁੱਤਰ ਹੈ ਨਿਹੰਗ ਖਾਂ ਦਾ, ਇਹ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਨਾਲ ਜਿਹੜੇ ਉਸ ਵੇਲੇ ਕੋਈ 40-41 ਸਿੰਘ ਸਨ, ਨਾਲ ਵੱਡੇ ਸਾਹਿਬਜ਼ਾਦੇ, ਕਲਗੀਧਰ ਪਿਤਾ ਆਪ, ਇਹਨਾਂ ਨੂੰ ਲੈ ਕੇ ਤੇ ਸ਼ਾਮ ਦੇ ਝੁਸਮੁਸੇ ਵਿੱਚ ਲਖੀਮਪੁਰ ਤੱਕ ਆਏ ਨੇ। ਲਖੀਮਪੁਰ ਤੱਕ ਇਹਨਾਂ ਨੇ ਛੱਡਿਆ ਇਹਨਾਂ ਨੂੰ। ਫਿਰ ਉੱਥੋਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬ੍ਰਾਹਮਣ ਮਾਜਰਾ, ਫਿਰ ਉਸ ਤੋਂ ਅੱਗੇ ਬੂੜ ਮਾਜਰਾ, ਜਿੱਥੇ ਅੱਜ ਵੀ ਗੁਰਦੁਆਰਾ ਸਾਹਿਬ ਅਸੀਂ ਦਰਸ਼ਨ ਕਰਦੇ ਹਾਂ ਕਿ ਗੁਰੂ ਸਾਹਿਬ ਦੇ ਘੋੜਿਆਂ ਨੇ ਪਾਣੀ ਪੀਤਾ ਹੈ। ਕੁਝ ਸਮਾਂ ਉੱਥੇ ਕੱਢਿਆ। ਸਤਿਗੁਰੂ ਜੀ ਨੇ ਉੱਥੋਂ ਫਿਰ ਚਾਲੇ ਪਾਏ ਨੇ, ਕਿਉਂਕਿ ਮੇਨ ਜਿਹੜੇ ਰਸਤੇ ਪਗਡੰਡੀਆਂ ਸਨ ਉੱਥੋਂ ਚੱਲ ਨਹੀਂ ਸੀ ਸਕਦੇ, ਸ਼ਾਹੀ ਸੜਕਾਂ ਤੇ ਚੱਲ ਨਹੀਂ ਸੀ ਸਕਦੇ, ਅੱਗੋਂ ਪਿੱਛੋਂ ਜਾਣਾ ਸਮਾਂ ਲੱਗ ਰਿਹਾ ਸੀ। 7 ਤਰੀਕ ਦੀ ਸ਼ਾਮ ਪੈਂਦਿਆਂ 7 ਪੋਹ ਦੀ ਸ਼ਾਮ ਪੈਂਦਿਆਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਰਾਏ ਜਗਤ ਦੇ ਬਾਗ ਵਿੱਚ ਪੁੱਜੇ ਨੇ। ਉੱਥੋਂ ਪਿਆਰਾ ਮੋਹਕਮ ਸਿੰਘ ਨੂੰ ਭੇਜਿਆ ਜਾਂਦਾ ਹੈ ਬੁੱਧੀ ਚੰਦ ਰਾਵਤ ਦੇ ਘਰ। ਸੁਨੇਹਾ ਘੱਲਿਆ ਕਿ ਇਸ ਤਰ੍ਹਾਂ ਸਾਰਾ ਦੱਸਿਆ ਕਿ ਭਾਈ ਜੋ ਤੁਹਾਡੀ ਜਿਹੜੀ ਗੜੀ ਹੈ ਉਸ ਦੀ ਮੰਗ ਕੀਤੀ ਗੁਰੂ ਸਾਹਿਬ ਨੇ। 2 ਭਰਾ ਸਨ, ਉਹ ਇੱਕ ਗਰੀਬੂ ਜੋ ਇਤਿਹਾਸ ਦੇ ਪੰਨੇ ਲਿਖਦੇ ਨੇ ਤੇ ਦੂਸਰੇ ਉਹ ਬੁੱਧੀ ਚੰਦ ਰਾਵਤ। ਬੜੇ ਸਤਿਕਾਰ ਤੇ ਬੜੇ ਪਿਆਰ ਦੇ ਨਾਲ ਉਹਨਾਂ ਨੇ ਸਤਿਗੁਰੂ ਜੀ ਨੂੰ ਉਹ ਕੱਚੀ ਗੜੀ, ਮੈਂ ਜ਼ਿਕਰ ਕਰ ਦਿੰਦਾ ਕੱਚੀ ਗੜੀ ਦਾ, ਉਸ ਵੇਲੇ ਗੜੀਆਂ ਹੁੰਦੀਆਂ ਸਨ ਜਿਹਦੇ ਵਿੱਚ ਮਾਲ ਡੰਗਰ ਬੰਨੇ ਜਾਂਦੇ ਸਨ, ਉੱਚੀਆਂ ਦੀਵਾਰਾਂ ਹੁੰਦੀਆਂ ਸਨ, ਵਿੱਚ ਮਮਟੀਆਂ ਬਣੀਆਂ ਹੁੰਦੀਆਂ ਸਨ ਤੇ ਚੌੜੀਆਂ ਦੀਵਾਰਾਂ ਹੁੰਦੀਆਂ ਸਨ ਤੇ ਰਸਤਾ ਇੱਕ ਹੁੰਦਾ ਸੀ, ਛੋਟਾ ਰਸਤਾ ਹੁੰਦਾ ਸੀ ਪੀੜਾ। ਇਸ ਗੜੀ ਦੇ ਵਿੱਚ ਇੱਕ 2 ਮੰਜ਼ਿਲਾ ਕੋਠਾ ਵੀ ਬਣਿਆ ਸੀ, ਜਿਹੜਾ ਖੁੱਲ੍ਹਾ ਜੂ ਦੇ ਵਿੱਚ ਸੀ, ਆਲੇ ਦੁਆਲੇ ਖੁੱਲ੍ਹਾ ਮੈਦਾਨ ਸੀ। ਸਤਿਗੁਰੂ ਜੀ ਪਹਿਲਾਂ ਵੀ 1703 ਦੇ ਵਿੱਚ ਇਹ ਗੜੀ ਦੇਖ ਚੁੱਕੇ ਸਨ। ਗੁਰੂ ਨੂੰ ਪਤਾ ਸੀ, ਕਿਉਂਕਿ ਅਗਾਹ ਕੋ ਤਰਾਂਗ ਗੁਰੂ ਕੋ ਤੇ ਅੱਗੇ ਦੀ ਇੱਕ ਯੋਜਨਾ ਹੁੰਦੀ ਹੈ। ਅੱਜ ਸਮਾਂ ਆਇਆ ਹੈ ਤੇ ਮੈਂ ਇੱਥੇ ਇੱਕ ਗੱਲ ਦਾ ਜ਼ਿਕਰ ਵੀ ਨਾਲ ਕਰਾਂਗਾ ਕਿ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ 7 ਪੋਹ ਦੀ ਜਿਹੜੀ ਰਾਤ ਹੈ, ਸ਼ਾਮ ਹੈ, ਇਸ ਗੜੀ ਦੇ ਵਿੱਚ ਪ੍ਰਵੇਸ਼ ਕੀਤੇ ਨੇ ਤੇ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਸ ਜਗ੍ਹਾ ਦੇ ਉੱਤੇ ਪਹੁੰਚੇ ਨਾ ਤੇ ਹਕੀਮ ਅੱਲਾ ਯਾਰ ਖਾਂ ਜੋਗੀ ਨੇ ਬੜੇ ਕੀਮਤੀ ਸਤਰਾਂ ਲਿਖੀਆਂ ਨੇ, ਬੜੀਆਂ ਕੀਮਤੀ ਸਤਰਾਂ। ਸਤਿਗੁਰੂ ਜੀ ਨੇ ਉਹਨਾਂ ਜਿਹੜੇ ਨਾਲ ਸਿੰਘ ਸਨ, ਜਿਹੜੇ ਸਾਥੀ ਸਨ, ਉਹਨਾਂ ਨੂੰ ਨਾਲ ਸਾਹਮਣੇ ਰੱਖ ਕੇ ਜਦੋਂ ਅੰਦਰ ਐਂਟਰ ਕੀਤਾ ਉਸ ਗੜੀ ਦੇ ਵਿੱਚ ਤੇ ਸਤਿਗੁਰੂ ਜੀ ਕਹਿੰਦੇ ਨੇ, ਜਿਸ ਖਿੱਤੇ ਮੇਂ ਹਮ ਕਹਤੇ ਥੇ ਜਾਣਾ ਜੇ ਵਹੀ ਹੈ, कल लुट के है जिस जगह से जाना जे वही है, जिस जगह पे है बच्चों को कटाना जे वही है, मट्टी कह देती है ठिकाना जे वही है। ये वो ठिकाना है। एक घटना मैं होर सांझी कर देवां, इतिहास के पन्नियां विच प्रिंसीपल स्वरण सिंह जी होरां लिखी है।
ਇਹ ਘਟਨਾ ਦਾ ਜ਼ਿਕਰ ਕੀਤਾ ਹੈ। ਜੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਿਸ ਵੇਲੇ ਉਸ ਗੜੀ ਦੇ ਵਿੱਚ ਪ੍ਰਵੇਸ਼ ਕੀਤਾ ਹੈ ਨਾ, ਤੇ ਉਸ ਗੜੀ ਨੂੰ ਸਤਿਗੁਰੂ ਜੀ ਨੇ ਬੜੇ ਪਿਆਰ, ਬੜੇ ਹੀ ਇੱਕ ਅਜ਼ਬ ਢੰਗ ਦੇ ਨਾਲ ਉਸ ਗੜੀ ਨੂੰ ਦੇਖਿਆ ਹੈ, ਤੇ ਆਪਣੇ ਕਮਰ ਕੱਸੇ ਦੇ ਵਿੱਚੋਂ ਇੱਕ ਖੰਜਰ ਕੱਢ ਕੇ ਨਾ ਉਸ ਗੜੀ ਦੀ ਛੋਟੀ ਜਿਹੀ ਇੱਕ ਢੇਲੀ ਮਿੱਟੀ ਦੀ ਉਸ ਨੂੰ ਕੱਢਿਆ ਬਾਹਰ ਤੇ ਆਪਣੇ ਤਲੀ ਤੇ ਰੱਖ ਕੇ ਮਸਲਿਆ। ਜਿਸਲੇ ਉਸ ਨੂੰ ਮਸਲਿਆ ਨਾ, ਉਸ ਦੀ ਖੇਹ ਬਣ ਗਈ, ਜਦੋਂ ਮਿੱਟੀ ਬਰੀਕ ਹੋ ਗਈ ਤੇ ਕਲਗੀਧਰ ਪਾਤਸ਼ਾਹ ਜੀ ਨੇ ਉਸ ਨੂੰ ਫੂਕ ਮਾਰ ਕੇ ਉਡਾਇਆ ਹਵਾ ਦੇ ਵਿੱਚ। ਸਿੱਖ ਸਾਰੇ ਹੀ ਬੜੇ ਗਹਿ ਦੇ ਨਾਲ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਕੋਤਕ ਨੂੰ ਵੇਖ ਰਹੇ ਨੇ। ਭਾਈ ਦਇਆ ਸਿੰਘ ਜੀ ਆਏ ਨੇ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਅੱਖਾਂ ਦੇ ਵਿੱਚ ਨੇਤਰ ਭਰ ਕੇ, ਕਲਗੀਧਰ ਪਿਤਾ, ਅਸੀਂ ਤੁਹਾਡੇ ਤੇ ਸਵਾਲ ਨਹੀਂ ਕਰ ਸਕਦੇ, ਪਰ ਇਹ ਕੋਤਕ ਦੀ ਸਾਨੂੰ ਸਮਝ ਨਹੀਂ ਆਈ। ਤੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਭਾਈ ਦਇਆ ਸਿੰਘ, ਮੈਂ ਕਦੇ ਖਾਲਸੇ ਕੋਲੋਂ ਕੁਝ ਲੁਕੋਇਆ ਨਹੀਂ ਹੈ, ਜੋ ਕੁਝ ਵੀ ਹੈ ਉਹ ਖਾਲਸੇ ਦੇ ਲਈ ਹੀ ਹੈ। ਕਹਿਣ ਲੱਗੇ, ਮੈਂ ਇਸ ਗੜੀ ਦੀ ਅਜ਼ਮਤ ਨੂੰ ਸਲਾਮੀ ਦਿੱਤੀ ਹੈ। ਕਹਿੰਦੇ ਇਹ ਉਹ ਜਗ੍ਹਾ ਹੈ ਜਿੱਥੇ ਕੱਲ ਖਾਲਸੇ ਦਾ ਇਮਤਿਹਾਨ ਹੋਣਾ, ਜਿਸ ਜਗ੍ਹਾ ਦੇ ਵਿੱਚ ਇਹ ਐਸਾ ਇਮਤਿਹਾਨ ਹੋਏਗਾ, ਐਸੀ ਜੰਗ ਹੋਵੇਗੀ ਜਿਹੜੀ ਦੁਨੀਆ ਦੀ ਲਸਾਨੀ ਜੰਗ ਹੋਵੇਗੀ। ਇਹ ਉਹ ਗੜੀ ਹੈ ਜਿੱਥੇ ਖਾਲਸੇ ਦੀ ਨੇ ਇਸ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਕੇ ਲੰਘਣਾ ਹੈ। ਇਹ ਉਹ ਗੜੀ ਹੈ, ਉਹ ਹਵੇਲੀ ਹੈ ਜਿਹਦੇ ਅੱਗੇ ਦੁਨੀਆ ਦੇ ਸਾਰੇ ਵੱਡੇ ਤੋਂ ਵੱਡੇ ਮਹਿਲ ਵੀ ਨਿਗੂਨੇ ਨਜ਼ਰ ਆਉਣਗੇ। ਇਹ ਉਹ ਜਗ੍ਹਾ ਹੈ ਜਿੱਥੇ ਤਵਾਰੀਖ ਦੇ ਵਿੱਚ ਦੁਨੀਆ ਦੇ ਲੋਕ ਆ ਕੇ ਨਤਮਸਤਕ ਹੋਇਆ ਕਰਨਗੇ। ਇਹ ਉਹ ਜਗ੍ਹਾ ਹੈ ਜਿੱਥੇ ਦੁਨੀਆ ਦੇ ਵੱਡੇ ਤੋਂ ਵੱਡੇ ਧਰਮ ਅਸਥਾਨ ਵੀ ਜਿਹਦੇ ਸਾਹਮਣੇ ਨਿਗੂਨੇ ਲੱਗਣਗੇ। ਇਹ ਐਸੀ ਜਗ੍ਹਾ ਬਣਨੀ ਹੈ। ਇਸ ਮਿੱਟੀ ਦੇ ਵਿੱਚ ਖਾਲਸੇ ਦੀ ਰਤ ਨੇ ਪੈਣਾ ਹੈ। ਕਹਿੰਦੇ, ਮੈਂ ਇਸ ਮਿੱਟੀ ਦੀ, ਇਸ ਗੜੀ ਦੀ ਅਜ਼ਮਤ ਨੂੰ ਸਲਾਮੀ ਦਿੱਤੀ ਹੈ। ਸੋ ਇਹ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਚਮਕੌਰ ਦੀ ਗੜੀ ਦੇ ਵਿੱਚ ਆਏ ਨੇ, ਤੇ ਉਸ ਤੋਂ ਬਾਅਦ ਅਗਲੇ ਹਾਲਾਤ ਜਿਹੜੇ ਨੇ, ਚਮਕੌਰ ਦਾ ਸਾਕਾ ਜਿਹੜਾ ਹੈ, ਇਹ ਯਤਨ ਕਰਾਂਗੇ ਅਸੀਂ ਅਗਲੇ ਇਸ ਦੇ ਵਿੱਚ ਇਸ ਨੂੰ ਵਿਚਾਰਨ ਦਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਹੁਣ ਅਸੀਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਪਾਸੋਂ ਆਨੰਦਪੁਰ ਦਾ ਕਿਲਾ ਛੱਡਣ ਤੋਂ ਲੈ ਕੇ ਚਮਕੌਰ ਦੀ ਗੜੀ ਤੱਕ ਦੇ ਜਿਹੜੇ ਸਾਕੇ ਦੀ ਵਿਆਖਿਆ ਸੁਣੀ ਹੈ, ਤੇ ਕੱਲ ਅਸੀਂ ਇਸੇ ਲੜੀ ਨੂੰ ਲੜੀਵਾਰ ਰੱਖਦੇ ਹੋਏ ਸਾਕਾ ਚਮਕੌਰ ਦੀ ਗੜੀ ਭਾਈ ਸਾਹਿਬ ਜੀ ਪਾਸੋਂ ਸਰਵਨ ਕਰਾਂਗੇ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਂਗੇ ਜ਼ਰੂਰ ਦਾਦੀਏ, ਰੱਖੀ ਢੀਕ ਅਸੀਂ ਆਵਾਂਗੇ ਜ਼ਰੂਰ ਦਾਦੀਏ।